हाँ जी बच्चों, ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਕੰਪੀਟੀਸ਼ਨ ਵਾਰੀਅਰ ਤੇ। ਠੀਕ ਹੈ ਬੱਚੋ, ਜਿਵੇਂ ਕਿ ਆਪਾਂ ਨੂੰ ਪਤਾ ਆਪਣੀ ਪੀਪੀਐਸਸੀ ਨੇ ਸੀਨੀਅਰ ਅਸਿਸਟੈਂਟ ਦੀਆਂ ਪੋਸਟਾਂ ਕੱਢੀਆਂ ਸੀ। ਉਹਦੇ ਲੈਵਲ ਦੇ ਕੁਝ ਆਪਾਂ ਜਿਹੜੇ ਪੀਪੀਐਸਸੀ ਦੇ ਪੇਪਰ ਦੇ ਵਿੱਚ ਕੁਐਸਚਨ ਪਾਉਂਦੀ ਆ, ਉਸ ਲੈਵਲ ਦੇ ਆਪਾਂ ਕੁਝ ਮੈਥ ਦੇ ਕੁਐਸਚਨ ਡਿਸਕਸ ਕਰਾਂਗੇ। ਅੱਜ ਜਿਹੜੇ ਆਪਾਂ ਟੌਪਿਕ ਦੇ ਵਿੱਚੋਂ ਡਿਸਕਸ ਕਰਾਂਗੇ ਬੱਚੋ, ਪ੍ਰੋਫਿਟ ਲਾਸ ਦੇ ਵਿੱਚੋਂ ਕਰਾਂਗੇ। ਜਿਹੜੇ ਬੱਚੇ ਕੁਐਸਚਨ ਹੋਣਗੇ ਜਿਸ ਤਰ੍ਹਾਂ ਆਪਣੇ ਕੋਲ ਪੀਪੀਐਸਸੀ ਪੁੱਛਦੀ ਹੈ ਕੁਐਸਚਨ, ਉਸ ਤਰ੍ਹਾਂ ਦੇ ਉਸ ਲੈਵਲ ਦੇ ਹੀ ਕੁਐਸਚਨ ਨੇ ਬੱਚੋ ਆਪਾਂ ਡਿਸਕਸ ਕਰਦੇ ਹਾਂ। ਸਭ ਤੋਂ ਪਹਿਲਾਂ ਦੇਖੋ ਆਪਣਾ ਫਸਟ ਕੁਐਸਚਨ ਹੈ ਬੱਚੋ। देखो फर्स्ट क्वेश्चन ਦੇ ਵਿੱਚ ਕੀ ਗੱਲ ਕਰ ਰਹੇ ਆਪਾਂ ਨੂੰ ਕਹਿ ਰਹੇ ਨੇ ਕਿ ਜੇਕਰ ਆਪਾਂ 6 ਐਟਮਾਂ ਦਾ ਜਿਹੜਾ 6 ਐਟਮਾਂ 5 ਰੁਪਏ ਦੇ ਵਿੱਚ ਬੱਚੋ ਖਰੀਦਦੇ ਆ, ਕਿੰਨੀਆਂ ਐਟਮਾਂ ਦੇ ਵਿੱਚ 6 ਖਰੀਦਦੇ ਆ, ਕਿੰਨੇ ਦੇ ਵਿੱਚ 5 ਰੁਪਏ ਦੇ ਵਿੱਚ। ਠੀਕ ਆ, ਅੱਗੇ ਆਪਾਂ ਨੂੰ ਕਹਿ ਰਹੇ ਵਿੱਚ ਆਪਾਂ 5 ਐਟਮਾਂ ਵੇਚਦੇ ਆ ਬੱਚੋ ਕਿੰਨੇ ਰੁਪਏ ਦੇ ਵਿੱਚ 6 ਰੁਪਏ ਦੇ ਵਿੱਚ, ਤਾਂ ਆਪਾਂ ਨੂੰ ਕਿੰਨੇ ਪਰਸੈਂਟ ਦਾ ਪ੍ਰੋਫਿਟ ਜਾਂ ਬੱਚੋ ਕਿੰਨੇ ਪਰਸੈਂਟ ਦਾ ਆਪਾਂ ਨੂੰ ਲਾਸ ਹੋਊਗਾ। ਠੀਕ ਹੈ ਜੀ, ਇਹ ਬਿਲਕੁਲ ਉਸ ਤਰ੍ਹਾਂ ਦੇ ਹੀ ਸਵਾਲ ਨੇ ਵਿੱਚ ਜਿਹੜੇ ਆਪਣੇ ਕੋਲ ਪੀਪੀਐਸਸੀ ਹੋ ਗਈ, ਆਪਣੇ ਕੋਲ ਟ੍ਰਿਪਲ ਐਸਬੀ ਦੇ ਵਿੱਚ ਪੁੱਛੇ ਜਾਂਦੇ ਆ। बहुत इंपॉर्टेंट क्वेश्चन ने बच्चों, रिपीट क्वेश्चन ने अपने को। इन्हों देखो आप किस तरह दिख रहे हैं। अपन क्या गया बच्चों दे विच देखो बच्चों, जी आप 6 वस्तुएं खरीदते हैं कोई, ठीक है, 6 वस्तुएं आप कितने रुपए च खरीदते हैं बच्चों 5 रुपए दे विच। कितने रुपए दे विच खरीदते हैं बच्चों 5 रुपए दे विच। ठीक है, उस तो बाद बच्चों अगे कि आपां नूं कि आपां 5 वस्तुएं ने जिहड़ियां बच्चों 5 आइटमां ने वो बेचदे कितने रुपए दे विच बच्चों 6 रुपए दे विच। ठीक है, खरीदते ਆਪਾਂ 6 ਵਸਤੂਆਂ ਕਿੰਨੇ ਰੁਪਏ ਦੇ ਵਿੱਚ 5 ਰੁਪਏ ਦੇ ਵਿੱਚ, ਤੇ ਵੇਚਦੇ ਆਪਾਂ ਬੱਚੋ ਵੇਚਦੇ ਕਿੰਨੇ ਆ 5 ਵਸਤੂਆਂ ਕਿੰਨੇ ਰੁਪਏ ਦੇ ਵਿੱਚ 6 ਰੁਪਏ ਦੇ ਵਿੱਚ। ਪਹਿਲਾਂ ਦੇਖੋ ਇਹਦੇ ਵਿੱਚ ਆਪਾਂ ਨੂੰ ਬੱਚੋ ਪ੍ਰੋਫਿਟ ਹੋਊਗਾ। ਠੀਕ ਹੈ, ਇਹਦੇ ਵਿੱਚ ਆਪਾਂ ਨੂੰ ਪੁੱਛਿਆ ਬੱਚੋ ਲਾਸ ਹੋਊਗਾ ਕਿ ਪ੍ਰੋਫਿਟ ਹੋਊਗਾ। ਆਪਾਂ ਨੂੰ ਪੁੱਛ ਰਿਹਾ ਬੱਚੋ ਪ੍ਰੋਫਿਟ ਹੋਊਗਾ ਜਾਂ ਲਾਸ ਹੋਊਗਾ, ਆਪਾਂ ਨੂੰ ਪੁੱਛ ਰਹੇ। ਠੀਕ ਹੈ ਬੱਚੋ, ਇਹਦੇ ਵਿੱਚ ਕੀ ਹੋਊਗਾ, ਦੇਖੋ ਆਪਾਂ ਨੂੰ ਵਸਤੂਆਂ ਕਿੰਨੀਆਂ ਖਰੀਦਣੀਆਂ 6 ਪਰ ਰੁਪਏ ਕਿੰਨੇ ਦਿੱਤੇ ਨੇ 5। बेचन वेले बच्चे ਆਪਾਂ 5 ਵਸਤੂਆਂ ਹੀ 6 ਰੁਪਏ ਦੇ ਵਿੱਚ ਵੇਚਦੀਆਂ ਤੇ ਇਹਦੇ ਵਿੱਚ ਆਪਾਂ ਨੂੰ ਬੱਚੇ ਹੋਊਗਾ ਪ੍ਰੋਫਿਟ। ਠੀਕ ਹੈ, ਹੁਣ ਆਪਾਂ ਦੇਖੀਏ ਪ੍ਰੋਫਿਟ ਕਿੰਨਾ ਹੋਊਗਾ। ਤੇ ਇਹਦੇ ਲਈ ਬੱਚੇ ਆਪਾਂ ਕੀ ਕਰ ਸਕਦੇ ਹਾਂ, ਆਪਾਂ ਇਹ ਕਰ ਸਕਦੇ ਹਾਂ ਵੀ ਜਿੰਨੀਆਂ ਵਸਤੂਆਂ ਖਰੀਦੀਆਂ ਸੀ ਆਪਾਂ ਉਨੀਆਂ ਵਸਤੂਆਂ ਵੇਚ ਦਿੰਦੇ ਆ। ਆਪਾਂ ਜਿਹੜੀਆਂ ਆਈਟਮਾਂ ਉਹਨਾਂ ਨੂੰ ਬਰਾਬਰ ਕਰ ਲੈਂਦੇ ਆ। ਹੁਣ ਕੀ ਕਰਾਂਗੇ ਬੱਚੋ, ਇਹਦੀ 6 ਦੇ ਨਾਲ ਗੁਣਾ ਕਰੂੰਗਾ, 5 ਦੇ ਨਾਲ ਗੁਣਾ ਕਰੂੰਗਾ ਬੱਚੋ, ਕਿੰਨੀਆਂ ਵਸਤੂਆਂ ਬਣ ਗਈਆਂ ਆਪਣੇ ਕੋਲੇ 30। 6 ਪਾਏ ਕਿੰਨਾ ਹੁੰਦਾ ਬੱਚੋ 30, ਕਿੰਨੀਆਂ ਬਣ ਗਈਆਂ ਆਪਣੇ ਕੋਲੇ 30। ਤਾਂ ਇੱਧਰ ਵੀ ਬੱਚੋ ਮੈਂ ਕਿਹਦੇ ਨਾਲ ਗੁਣਾ ਕਰੂੰਗਾ 5 ਦੇ ਨਾਲ, ਤਾਂ ਕਿੰਨੀਆਂ ਬਣ ਗਈਆਂ ਬੱਚੋ 25 ਰੁਪਏ रेट। ठीक है, ਇਹ ਤੋਂ ਬੱਚੋ ਆਪਣਾ ਕੀ ਹੋ ਗਿਆ ਕਿ ਜੇਕਰ ਆਪਾਂ 30 ਵਸਤੂਆਂ ਖਰੀਦਦੇ ਹਾਂ ਕਿੰਨੇ ਰੁਪਏ ਨੇ ਖਰੀਦੇ ਜਾਣਗੇ ਆਪਣੇ ਕੋਲੇ 25 ਰੁਪਏ ਦੀਆਂ। ਉਸ ਤੋਂ ਬਾਅਦ ਬੱਚੋ 5 ਦੀ ਆਪਾਂ ਕਿਹਦੇ ਨਾਲ ਗੁਣਾ ਕਰਾਂਗੇ 6 ਦੇ ਨਾਲ, ਤਾਂ ਕਿੰਨੀਆਂ ਵਸਤੂਆਂ ਬਣ ਗਈਆਂ ਬੱਚੋ 30। ਕਿੰਨੀਆਂ ਵਸਤੂਆਂ ਬਣ ਗਈਆਂ ਬੱਚੋ 30। ਠੀਕ ਹੈ, 30 ਵਸਤੂਆਂ ਕਿੰਨੇ ਦੇ ਵੇਚਾਂਗੇ ਬੱਚੋ 6 ਦੇ ਨਾਲ ਗੁਣਾ ਕੀਤੀ, ਗੁਣਾ ਕਰਕੇ ਆਪਾਂ 6 ਦੇ ਨਾਲ ਕਿੰਨਾ ਆ ਗਿਆ ਬੱਚੋ ਆਪਣੇ ਕੋਲੇ 36 36। ਠੀਕ ਹੈ ਬੱਚੋ, ਤੱਕ ਸਮਝ ਆ ਗਿਆ। इतो अपने पता लग गया भी ਜਿਹੜੇ 30 ਵਸਤੂਆਂ ਨੇ ਬੱਚੋ ਉਹ ਆਪਾਂ ਕਿੰਨੇ ਨੇ ਖਰੀਦੇ ਨੇ, ਉਹ ਖਰੀਦੇ ਨੇ ਆਪਾਂ ਬੱਚੋ 25 ਰੁਪਏ ਦੇ ਵਿੱਚ, ਤੇ ਵੇਚੀਆਂ ਬੱਚੋ ਆਪਾਂ ਕਿੰਨੀਆਂ ਨੇ 30 ਵਸਤੂਆਂ ਵੇਚੀਆਂ ਕਿੰਨੇ ਦੇ ਵਿੱਚ ਨੇ ਬੱਚੋ 36 ਰੁਪਏ ਦੇ ਵਿੱਚ। ਠੀਕ ਹੈ, ਜਦ ਵੀ ਆਪਾਂ ਨੂੰ ਕਾਸਟ ਪ੍ਰਾਈਸ ਮਤਲਬ ਖਰੀਦ ਮੁੱਲ ਕਾਸਟ ਪ੍ਰਾਈਸ ਤੇ ਆਪਾਂ ਨੂੰ ਸੇਲ ਪ੍ਰਾਈਸ ਵੇਚ ਮੁੱਲ ਪਤਾ ਲੱਗ ਜੇ, ਫਿਰ ਆਪਾਂ ਪ੍ਰੋਫਿਟ ਲਾਸ ਦੇਖ ਸਕਦੇ ਬੱਚੋ ਕਿੰਨਾ ਪਰਸੈਂਟ ਆਊਗਾ। ਹੁਣ ਦੇਖੋ ਆਪਾਂ ਖਰੀਦੇ ਕਿੰਨੇ ਨੇ ਬੱਚੋ 25 ਰੁਪਏ ਦੇ ਵਿੱਚ, ਕਿੰਨੇ ਰੁਪਏ ਦੇ ਵਿੱਚ ਖਰੀਦੇ ਨੇ 25 ਰੁਪਏ ਦੇ ਵਿੱਚ, ਬਟ ਆਪਣੀ ਸੇਲ ਬੱਚੋ ਕਿੰਨੇ ਚ ਹੋ ਗਿਆ 36 ਰੁਪਏ ਦੇ ਵਿੱਚ। ਆਪਾਂ ਨੂੰ ਲਾਭ ਹੋਇਆ ਕਿੰਨੇ ਦਾ ਬੱਚੋ 11 ਰੁਪਏ ਦਾ। ਕਿਹਦੇ ਵਿੱਚ ਬੱਚੇ ਹਮੇਸ਼ਾ ਕੀ ਲਿਖ ਦਿੰਦੇ ਨੇ ਨੀਚੇ, ਆਪਾਂ ਨੀਚੇ ਹਮੇਸ਼ਾ ਕੀ ਲਿਖ ਦਿੰਦੇ ਨੇ ਬੱਚੋ ਆਪਾਂ ਕਾਸਟ ਪ੍ਰਾਈਸ। ਜਦ ਵੀ ਆਪਾਂ ਪ੍ਰੋਫਿਟ ਪਰਸੈਂਟ ਜਾਂ ਲਾਸ ਪਰਸੈਂਟ ਦੇਖਣਾ ਉਹ ਨੀਚੇ ਕੀ ਹੋਗਾ ਬੱਚੋ ਹਮਾਰਾ ਕੀ ਆਊਗਾ ਹਮੇਸ਼ਾ ਕਾਸਟ ਪ੍ਰਾਈਸ। ਕਾਸਟ ਪ੍ਰਾਈਸ ਬੱਚੋ ਕਿੰਨਾ ਦਾ 25 into 100% ਦੇ ਲਈ ਸੋਲਵ ਕਰਾਂਗੇ, 4 ਤੇ ਕੈਂਸਲ ਹੋ ਗਿਆ ਬੱਚੋ, ਕਿੰਨਾ ਆ ਗਿਆ 4 into 11 ਕਿੰਨਾ ਆ ਗਿਆ 44%। ਬੱਚੋ ਆਪਾਂ ਨੂੰ 44% ਦਾ ਕੀ ਹੋਊਗਾ ਇਹਦੇ ਵਿੱਚ 44% ਦਾ ਬੱਚੋ ਆਪਾਂ ਨੂੰ ਪ੍ਰੋਫਿਟ ਹੋਊਗਾ। ठीक है, प्रॉफिट ही होना सी किन्ने दा होगा 44% ਦਾ। ਆਪਾਂ ਕੀ ਕੀਤਾ ਬੱਚੋ, ਜਿਹੜੀਆਂ ਆਈਟਮਾਂ ਨੇ ਉਹਨਾਂ ਨੂੰ ਬਰਾਬਰ ਕੀਤਾ, ਆਪਾਂ ਇਹਦੀ 5 ਦੇ ਨਾਲ ਮਲਟੀਪਲਾਈ ਕੀਤੀ ਤਾਂ ਆਪਾਂ ਨੂੰ ਪਤਾ ਲੱਗ ਗਿਆ ਵੀ 30 ਆਈਟਮਾਂ ਕਿੰਨੇ ਨੇ ਖਰੀਦੀਆਂ ਜਾਂਦੀਆਂ ਨੇ ਬੱਚੋ 25 ਰੁਪਏ ਦੀਆਂ। ਉਦੋਂ ਬਾਅਦ ਆਪਾਂ ਨੂੰ ਪਤਾ ਲੱਗਿਆ 30 ਆਈਟਮਾਂ ਕਿੰਨੇ ਦੀਆਂ ਸੇਲ ਹੁੰਦੀਆਂ ਬੱਚੋ 36 ਰੁਪਏ ਦੀਆਂ। ਠੀਕ ਹੈ, ਵਸਤੂਆਂ ਖਰੀਦੀ ਕਿੰਨੇ ਜਾਂਦੀਆਂ ਨੇ 25 ਰੁਪਏ ਦੇ ਵਿੱਚ ਤੇ ਸੇਲ ਕਿੰਨੇ ਦੇ ਵਿੱਚ ਹੁੰਦੀ ਹੈ ਬੱਚੋ 36 ਰੁਪਏ ਦੇ ਵਿੱਚ। ਤਾਂ ਆਪਾਂ ਨੂੰ ਪ੍ਰੋਫਿਟ ਕਿੰਨੇ ਦਾ ਹੁੰਦਾ 11 ਦਾ। ਹਮੇਸ਼ਾ ਕਾਸਟ ਪ੍ਰਾਈਸ ਨੀਚੇ into 100। ਇਸ ਤਰ੍ਹਾਂ ਬੱਚੋ ਆਪਾਂ ਨੂੰ ਸੋਲਵ ਕਰਦੇ ਹਾਂ। ਠੀਕ ਹੈ ਜੀ, ਉਸ ਤੋਂ ਬਾਅਦ ਅੱਗੇ ਦੇਖਦੇ ਆਪਾਂ। हाँ जी बच्चों, अगला देखो सम देखो। हाँ जी, की गया बच्चों ਇਹਨਾਂ ਦੇ ਵਿੱਚ ਇੱਕ ਟ੍ਰੇਡਰ ਆਪਣੇ ਕੋਲ ਇੱਕ ਵਪਾਰੀ ਆ, ਉਹਨੇ ਕੀ ਕੀਤਾਗਾ ਕਿਸੇ ਆਈਟਮ ਕਿਸੇ ਵਸਤੂ ਨੂੰ ਖਰੀਦਿਆ ਬੱਚੋ ਕਿੰਨੇ ਦਾ 1,25,000 ਦਾ। ਬੱਚੋ ਕਿੰਨੇ ਦਾ ਖਰੀਦਿਆਗਾ 1,25,000 ਦਾ। ਕਿਸੇ ਵਪਾਰੀ ਨੇ ਕੋਈ ਵਸਤੂ ਖਰੀਦੀ ਹੈ ਬੱਚੋ, ਕਿੰਨੇ ਦੀ ਖਰੀਦੀ ਆ 1,25,000 ਦੀ। ਉਸ ਤੋਂ ਬਾਅਦ ਕੀ ਹੋਇਆ ਬੱਚੇ, ਉਹਦਾ 3/4 ਬੱਚੇ ਉਹਦਾ 3/4 ਨੂੰ ਕਿੰਨੇ ਪ੍ਰੋਫਿਟ ਦੇ ਵਿੱਚ ਹੈ ਬੱਚੋ 8% ਤੇ। ਕਿੰਨੇ ਪ੍ਰੋਫਿਟ ਦੇ ਵਿੱਚ ਹੈ ਬੱਚੋ 8% ਪ੍ਰੋਫਿਟ ਤੇ। ਠੀਕ ਹੈ ਜੀ, ਕਿਹੜੇ ਹਿੱਸੇ ਨੂੰ 3/4। ਠੀਕ ਹੈ ਜੀ, ਉਸ ਤੋਂ ਬਾਅਦ ਕਹਿੰਦੇ
3/4 ਨੂੰ ਵੇਚਿਆਗਾ the profit in 8% then at what percent profit of the remaining part। ਬੱਚਿਓ 3/4 ਆ ਤਾਂ ਕੀ ਰਹਿ ਗਿਆ ਆਪਣੇ ਕੋਲ 1/4 ਇੱਕ ਹੀ ਹਿੱਸਾ ਰਹਿ ਗਿਆ। ਉਹ ਆਪਾਂ ਦੱਸਣਾ ਬੱਚਿਓ ਕਿੰਨੇ ਪ੍ਰੋਫਿਟ ਦੇ ਵੇਚਣਾਗਾ। ਜਿਹੜਾ ਆਪਾਂ ਨੂੰ ਆਲ ਓਵਰ ਪ੍ਰੋਫਿਟ ਆ, ਜਿਹੜਾ ਨੈਟ ਪ੍ਰੋਫਿਟ ਆ ਬੱਚਿਓ ਉਹ ਕਿੰਨਾ ਆ ਗਿਆ, ਉਹ ਆਪਾਂ ਨੂੰ 7% ਪ੍ਰੋਫਿਟ ਆ ਗਿਆ। ਜਿਹੜਾ ਬੱਚਿਓ ਟੋਟਲ ਪ੍ਰੋਫਿਟ ਆ ਉਹ ਕਿੰਨਾ ਗਾ ਆਪਾਂ ਨੂੰ 7%। ਟੋਟਲ ਪ੍ਰੋਫਿਟ ਬੱਚਿਓ ਆਪਾਂ ਨੂੰ ਦਿੱਤਾ ਹੋਇਆਗਾ 3/4 ਹਿੱਸਾ ਆਪਾਂ 8% ਪ੍ਰੋਫਿਟ ਦੇ ਵੇਚਿਆਗਾ। ਉਸ ਤੋਂ ਬਾਅਦ ਆਪਾਂ ਇਹ ਦੱਸਣਾ ਜਿਹੜਾ ਆਪਣੇ ਕੋਲ ਰਿਮੇਨਿੰਗ ਪਾਰਟ ਰਹਿ ਗਿਆ ਉਹ ਆਪਾਂ ਕਿੰਨੇ ਪ੍ਰੋਫਿਟ ਦੇ ਵੇਚੇਗਾ। ਠੀਕ ਹੈ ਜੀ। ਹੁਣ ਦੇਖੋ ਆਪਾਂ ਦੇਖੀਏ ਆਪਣੇ ਕੋਲ ਕਿੰਨੇ ਰੁਪਏ ਦੀ ਵਸਤੂ ਆ ਬੱਚਿਓ 1,25,000 ਦੀ। ਕਿੰਨੇ ਦੀ ਬੱਚਿਓ 1,25,000 ਦੀ। ਠੀਕ ਹੈ। ਜਿਹੜਾ ਆਪਾਂ ਨੂੰ ਨੈਟ ਪ੍ਰੋਫਿਟ ਹੋਇਆ ਬੱਚਿਓ ਕਿੰਨਾ ਹੋਏਗਾ 7%। ਜੇ ਮੈਂ 1,25,000 ਦਾ 7% ਦੇਖਾਂ ਬੱਚਿਓ ਕਿੰਨਾ ਹੋਊਗਾ upon 100 into ਕਿੰਨਾ ਹੋਊਗਾ 7। ਮਲਟੀਪਲਾਈ ਕਰਾਂ ਬੱਚਿਓ ਦੋ ਜ਼ੀਰੋ ਦੇ ਨਾਲ, ਦੋ ਜ਼ੀਰੋ ਕੈਨਸਲ ਹੋ ਗਈਆਂ। ਕਿੰਨਾ ਆ ਗਿਆ 0 7 5 ਕਿੰਨਾ ਆ ਗਿਆ 35। ਅੱਗੇ ਬੱਚਿਓ ਕਿੰਨਾ ਆ ਗਿਆ 14 14 3 ਕਿੰਨਾ ਆ ਗਿਆ ਆਪਣੇ ਕੋਲੇ 14 3 ਬੱਚਿਓ ਕਿੰਨਾ ਆ ਗਿਆ 17। ਅੱਗੇ ਕਿੰਨਾ ਆ ਗਿਆ 7 ਤੇ 1 8। ਠੀਕ ਹੈ ਬੱਚਿਓ ਆਪਣਾ ਪ੍ਰੋਫਿਟ ਕਿੰਨਾ ਹੋਣਾ ਚਾਹੀਦਾ 8750। ਪ੍ਰੋਫਿਟ ਕਿੰਨਾ ਹੋਣਾ ਚਾਹੀਦਾ ਬੱਚਿਓ ਜਿਹੜਾ ਆਪਣੇ ਕੋਲੇ ਨੈਟ ਪ੍ਰੋਫਿਟ ਆ ਉਹ ਕਿੰਨਾ ਹੋਣਾ ਚਾਹੀਦਾ 8750। ਪਰ ਆਪਾਂ ਕੀ ਕੀਤਾ ਬੱਚਿਓ ਇਸ ਰਕਮ ਦਾ 3/4 ਹਿੱਸਾ ਕਿੰਨੇ ਪ੍ਰੋਫਿਟ ਤੇ ਸੇਲ ਕੀਤਾ ਬੱਚਿਓ 8% ਪ੍ਰੋਫਿਟ ਤੇ। ਕਿੰਨਾ 3/4 ਹਿੱਸਾ ਆਪਾਂ ਬੱਚਿਓ ਕਿੰਨੇ ਪ੍ਰੋਫਿਟ ਤੇ ਸੇਲ ਕੀਤਾ 3/8। ਤਾਂ ਬੱਚਿਓ ਇਹਦਾ 1,25,000 ਦਾ ਬੱਚਿਓ ਕਿੰਨਾ ਦੇਖਣਾ ਆਪਾਂ 3/8 3/4 ਬੱਚਿਓ 3/4 ਪਾਰਟ ਆ ਗਿਆ। ਇਹ ਕਿੰਨੇ ਪ੍ਰੋਫਿਟ ਦੇ ਵਿੱਚ ਆ ਬੱਚਿਓ ਆਪਾਂ 8% ਤੇ। ਆਪਾਂ ਇਹਦਾ 8% ਦੇਖ ਲੈਂਦੇ ਆ ਬੱਚਿਓ ਕਿੰਨਾ ਆ ਗਿਆ। ਕਿਹਦਾ 8% ਦੇਖਿਆ ਬੱਚਿਓ ਆਪਾਂ 3/4 ਪਾਰਟ ਆ ਜਿਹੜਾ ਆਪਾਂ ਉਹਨੂੰ ਕਿੰਨੇ ਤੇ ਸੇਲ ਕੀਤਾ ਆਪਾਂ ਉਹਨੂੰ ਕੀਤਾ ਬੱਚਿਓ 8% ਤੇ। ਤਾਂ ਆਪਾਂ ਬੱਚਿਓ ਦਾ ਕਿੰਨਾ ਦੇਖਣਾ 8%। ਹੁਣ ਆਪਣੇ ਕੋਲ ਕਿੰਨਾ ਹੋਊਗਾ ਇਹਨੂੰ ਕੈਨਸਲ ਕਰਾਂਗੇ ਕਿੰਨਾ ਆ ਗਿਆ 2। ਠੀਕ ਹੈ। ਆ ਦੋ ਜ਼ੀਰੋ ਦੇ ਨਾਲ ਬੱਚਿਓ 2 ਜ਼ੀਰੋ ਆ ਗਿਆ। 3 ਦੂਣੀ ਕਿੰਨਾ ਆ ਗਿਆ 6 6 ਦੀ ਬੱਚਿਓ ਮਲਟੀਪਲਾਈ ਕਿਹਦੇ ਨਾਲ ਹੋਊਗੀ ਆਪਣੀ 1250 ਦੇ ਨਾਲ। ਕਿਹਦੇ ਨਾਲ ਬੱਚਿਓ 1250 ਦੇ ਨਾਲ ਕਿੰਨਾ ਆ ਗਿਆ 0 6 5 ਬੱਚਿਓ ਕਿੰਨਾ ਆ ਗਿਆ 30। ਉਸ ਤੋਂ ਬਾਅਦ ਕਿੰਨਾ ਆ ਗਿਆ ਆਪਣੇ ਕੋਲੇ 12 ਤੇ 15 ਕਿੰਨਾ ਆ ਗਿਆ 6 ਤੇ 1 7। ਬੱਚਿਓ ਕਿੰਨਾ ਪ੍ਰੋਫਿਟ ਹੋ ਗਿਆ ਆਪਾਂ ਨੂੰ 7500 ਰੁਪਇਆ। ਕਿੰਨਾ ਪ੍ਰੋਫਿਟ ਹੋ ਗਿਆ ਬੱਚਿਓ ਆਪਾਂ ਨੂੰ 7500 ਰੁਪਇਆ। ਜਿਹੜਾ 7500 ਰੁਪਇਆ ਪ੍ਰੋਫਿਟ ਆ ਬੱਚਿਓ ਕਿਹੜੇ ਹਿੱਸੇ ਚ ਹੋ ਗਿਆ ਆਪਣੇ ਕੋਲੇ 3/4 ਹਿੱਸੇ ਦੇ ਵਿੱਚੋਂ। ਕਿੰਨਾ ਹੋ ਗਿਆ ਬੱਚਿਓ 7500 ਰੁਪਇਆ। ਤਾਂ ਆਪਣੇ ਕੋਲ ਬੱਚਿਓ ਜੇ 7500 ਰੁਪਇਆ ਪ੍ਰੋਫਿਟ ਇਹਦੇ ਵਿੱਚ ਹੋ ਗਿਆ ਤਾਂ ਆਪਣੇ ਕੋਲ ਪ੍ਰੋਫਿਟ ਰਹਿ ਕਿੰਨਾ ਗਿਆ 0 50। ਇਹਦੇ ਕਿੰਨਾ ਹੋ ਬੱਚਿਓ 2 1 ਕਿੰਨਾ ਰਹਿ ਗਿਆ ਬੱਚਿਓ ਆਪਣੇ ਕੋਲੇ 1250। ਆਪਾਂ ਦੇਖਣਾ ਬੱਚਿਓ ਜਿਹੜਾ ਆਪਣੇ ਕੋਲੇ 1250 ਦਾ ਪ੍ਰੋਫਿਟ ਉਹ ਕੀ ਚੋਂ ਦੇਖਣਾ ਹੈਗਾ 1250 ਜਿਹੜਾ ਪ੍ਰੋਫਿਟ ਆ ਜਿਹੜਾ ਬੱਚਿਓ ਆਪਣੇ ਕੋਲੇ ਰਿਮੇਨਿੰਗ ਪਾਰਟ ਰਹਿ ਗਿਆ। ਰਿਮੇਨਿੰਗ ਪਾਰਟ ਵਿੱਚੋਂ ਕਿੰਨਾ ਰਹਿ ਗਿਆ 1,25,000 ਦੇ ਤਿੰਨ ਹਿੱਸੇ ਦੇਖ ਲਏ ਬੱਚਿਓ ਇੱਕ ਹਿੱਸਾ ਰਹਿ ਗਿਆ। ਇਹਦਾ ਇੱਕ ਹਿੱਸਾ ਬੱਚਿਓ ਕਿੰਨਾ ਹੋਊਗਾ ਇਹਨੂੰ ਆਪਾਂ ਕਿਹਦੇ ਨਾਲ ਡਿਵਾਈਡ ਕਰ ਦਾਂਗੇ ਇਹਨੂੰ ਬੱਚਿਓ ਡਿਵਾਈਡ ਕਰ ਦਾਂਗੇ ਆਪਾਂ 4 ਦੇ ਨਾਲ। ਕਿਉਂਕਿ ਆਪਾਂ ਇੱਕ ਹਿੱਸਾ ਦੇਖਣਾ ਤਾਂ ਡਿਵਾਈਡ ਕਰਕੇ ਕਿੰਨਾ ਆ ਗਿਆ 1 ਚੌਕਾ ਚੌਕਾ 3 ਚੌਕੇ 12 ਫਿਰ ਕੀ ਹੋਊਗਾ 1 ਚੌਕਾ ਚੌਕਾ। ਉਸ ਤੋਂ ਬਾਅਦ ਕਿੰਨਾ ਹੋਗਾ ਆਪਣੇ ਕੋਲ ਕਿੰਨਾ ਆ ਗਿਆ 5 ਚੌਕਾ 20। ਠੀਕ ਹੈ ਬੱਚਿਓ 1 ਚੌਕੇ 3 ਚੌਕੇ 12 1 ਚੌਕਾ ਚੌਕਾ। ਉਸ ਤੋਂ ਬਾਅਦ 2 ਚੌਕੇ 8। ਠੀਕ ਹੈ ਜੀ 2 ਚੌਕੇ 8। ਉਸ ਤੋਂ ਬਾਅਦ ਕਿੰਨਾ ਆ ਗਿਆ ਇੱਥੇ ਬੱਚਿਓ ਕਿੰਨਾ ਆ ਗਿਆ ਆਪਣੇ ਕੋਲੇ 2 5 ਤੇ ਕਿੰਨਾ ਆ ਗਿਆ 0। ਕਿੰਨਾ ਬਚ ਗਿਆ ਬੱਚਿਓ 31,250। ਕਿੰਨਾ ਬਚ ਗਿਆ ਬੱਚਿਓ 31,250। ਦੇਖੋ ਇੱਥੇ ਲਿਖਿਆ ਸੀ ਬੱਚਿਓ ਜਿਹੜਾ ਰਿਮੇਨਿੰਗ ਹਿੱਸਾਗਾ ਰਿਮੇਨਿੰਗ ਹਿੱਸਾ ਕਿੰਨਾ ਰਹਿ ਗਿਆ ਬੱਚਿਓ 31,250। ਜਿਹੜਾ 31,250 ਵਿੱਚੋਂ ਕਿੰਨਾ ਪ੍ਰੋਫਿਟ ਕਮਾਉਣਾ ਬੱਚਿਓ ਆਪਾਂ 1250। ਕਿੰਨਾ ਪ੍ਰੋਫਿਟ ਕਮਾਉਣਾ ਬੱਚਿਓ 1250। ਤਾਂ ਬੱਚਿਓ ਆਪਣਾ ਜਿਹੜਾ 1250 ਦਾ ਉਹ ਕਿੰਨੇ ਪਰਸੈਂਟ ਆਊਗਾ ਆਪਣਾ 1250 ਕਿੰਨੇ ਪਰਸੈਂਟ ਆਊਗਾ। ਆਪਾਂ ਕੀ ਕਰਾਂਗੇ ਬੱਚਿਓ ਕਿੰਨੇ ਚਾਹੀਦੇ ਆਪਾਂ ਨੂੰ 1250। ਕਿਹਦਾ 1250 ਜਿਹਦਾ ਬੱਚਿਓ 31,250 ਦਾ 100% ਲਈ ਇਨਟੂ 100 ਕਰਾਂਗੇ ਬੱਚਿਓ। 0 ਦੇ ਨਾਲ ਬੱਚਿਓ 0 ਕੈਨਸਲ ਹੋ ਗਈ। ਠੀਕ ਆ। ਅੱਗੇ ਆਪਾਂ ਬੱਚਿਓ 5 ਤੇ ਕੈਨਸਲ ਕੀਤਾ ਕਿੰਨਾ ਆ ਗਿਆ ਆਪਣੇ ਕੋਲ 25। 5 ਤੇ ਕੈਨਸਲ ਕਿੰਨਾ ਆ ਗਿਆ ਬੱਚਿਓ ਆਪਣੇ ਕੋਲ ਕਿੰਨਾ ਆ ਗਿਆ 625। ਉਸ ਤੋਂ 25 ਬੱਚੇ ਕਿੰਨਾ ਹੁੰਦਾ ਬੱਚਿਓ 625। 25 ਨੂੰ ਬੱਚੇ 4 ਤੇ ਕੈਨਸਲ ਕਰਾਂਗੇ ਤਾਂ ਆਪਣੇ ਕੋਲ ਕਿੰਨਾ ਆ ਗਿਆ ਬੱਚਿਓ 4%। ਤਾਂ ਆਪਣਾ ਆਨਸਰ ਕੀ ਆਊਗਾ ਬੱਚਿਓ 4%। ਜਿਹੜਾ ਰਿਮੇਨਿੰਗ ਪਾਰਟ ਰਹਿ ਗਿਆ ਰਿਮੇਨਿੰਗ ਪਾਰਟ ਵਿੱਚੋਂ ਕਿੰਨਾ ਰਹਿ ਗਿਆ ਸੀ 31,250। ਉਹਤੇ ਕਿੰਨਾ ਪ੍ਰੋਫਿਟ ਕਮਾਵਾਂਗੇ ਜੀ ਆਪਾਂ 4% ਪ੍ਰੋਫਿਟ ਕਮਾਵਾਂਗੇ। ਤਾਂ ਟੋਟਲ ਬੱਚਿਓ ਜਿਹੜਾ ਆਪਣਾ ਪ੍ਰੋਫਿਟ ਆ ਉਹ ਕਿੰਨਾ ਹੋਊਗਾ ਆਪਣੇ ਕੋਲ ਬੱਚਿਓ ਟੋਟਲ ਪ੍ਰੋਫਿਟ ਆਪਣਾ ਕਿੰਨਾ ਹੋ ਜੀ ਬੱਚਿਓ 7%। ਟੋਟਲ ਪ੍ਰੋਫਿਟ ਬੱਚਿਓ ਕਿੰਨਾ ਹੋ ਜੂਗਾ ਆਪਣੇ ਕੋਲੇ 7%। ਠੀਕ ਆ। ਉਸ ਤੋਂ ਬਾਅਦ ਅੱਗੇ ਦੇਖਦੇ ਆਪਾਂ ਹਾਂਜੀ ਬੱਚਿਓ ਆਪਾਂ ਅਗਲਾ ਸਵਾਲ ਦੇਖਦੇ ਹਾਂ। ਦੇਖੋ ਇਹਦੇ ਵਿੱਚ ਕੀ ਕਿਹਾ ਹੋਏਗਾ ਜੇਕਰ ਬੱਚਿਓ ਆਪਾਂ 33 ਆਈਟਮ ਪਰਚੇਜ ਕਰਦੇ ਆ ਖਰੀਦਦੇ ਆ ਕਿੰਨੀਆਂ ਖਰੀਦਦੇ ਆ ਬੱਚਿਓ ਆਪਾਂ 33 ਆਈਟਮ 33 ਆਈਟਮਾਂ ਬੱਚਿਓ ਆਪਾਂ ਖਰੀਦਦੇ ਆ। ਜਿਹੜੀਆਂ ਬੱਚਿਓ 33 ਆਈਟਮਾਂ ਖਰੀਦਦੇ ਆ ਆਪਾਂ ਸਪੋਜ਼ ਕਰ ਲਓ ਕੋਈ ਵਸਤੂਆਂ ਨੇ ਕਿੰਨੀਆਂ ਨੇ ਬੱਚਿਓ ਆਪਣੇ ਕੋਲੇ 33। ਜਿਹੜੀਆਂ ਬੱਚਿਓ ਆਪਾਂ 33 ਆਈਟਮਸ ਖਰੀਦਦੇ ਆ ਉਹ ਆਪਣੇ ਕੋਲ ਕਿਹਦੇ ਬਰਾਬਰ ਨੇ 44 ਆਈਟਮ
44 ਆਈਟਮਾਂ ਦੇ ਜਿਹੜੇ ਕੀ ਆ ਬੱਚਿਓ ਆਪਣੇ ਕੋਲੇ ਵੇਚ ਮੁੱਲ ਦੇ ਬਰਾਬਰ ਨੇ। ਠੀਕ ਹੈ ਜੀ। 33 ਆਈਟਮਾਂ ਦਾ ਜਿਹੜਾ ਬੱਚਿਓ ਆਪਣੇ ਕੋਲੇ ਖਰੀਦ ਮੁੱਲ ਆ ਪਰਚੇਜ ਮੁੱਲ ਆ ਕਿਹਦੇ ਬਰਾਬਰ ਆ 44 ਆਈਟਮਾਂ ਦੇ ਵੇਚ ਮੁੱਲ ਦੇ ਬਰਾਬਰ ਆ। ਤਾਂ ਅਗਰ ਆਪਾਂ ਦੇਖਣਾ ਹੋਵੇ ਆਪਾਂ ਨੂੰ ਕਿੰਨੇ ਪਰਸੈਂਟ ਦਾ ਲਾਸ ਜਾਂ ਪ੍ਰੋਫਿਟ ਹੋਊਗਾ। ਦੇਖੋ ਬੱਚਿਓ ਇਹ ਸਾਫ਼ ਪਤਾ ਲੱਗ ਰਿਹਾ ਆਪਾਂ ਖਰੀਦੀਆਂ ਕਿੰਨੀਆਂ ਨੇ 33 ਤੇ ਉਹਨੇ ਵਿੱਚ ਆਪਾਂ ਨੂੰ ਵੇਚਣੀਆਂ ਕਿੰਨੀਆਂ ਪੈ ਗਈਆਂ ਬੱਚਿਓ 44। ਤਾਂ ਆਪਾਂ ਨੂੰ ਕੀ ਹੋਊਗਾ ਬੱਚਿਓ ਲਾਸ ਹੋਊਗਾ। ਲਾਸ ਕਿੰਨੇ ਪਰਸੈਂਟ ਹੋਊਗਾ ਆਪਾਂ ਇਹ ਦੇਖਣਾਗਾ ਬੱਚਿਓ। ਲਾਸ ਹੋਊਗਾ ਆਪਾਂ ਨੂੰ ਲਾਸ ਕਿੰਨੇ ਪਰਸੈਂਟ ਹੋਊਗਾ। ਤਾਂ ਉਹਦੇ ਲਈ ਆਪਾਂ ਦੇਖ ਸਕਦੇ ਬੱਚਿਓ ਦੋਵਾਂ ਦੇ ਵਿੱਚ ਡਿਫਰੈਂਸ ਕਿੰਨੇ ਦਾਗਾ 11 ਦਾ। ਦੋਵਾਂ ਦੇ ਵਿੱਚ ਬੱਚਿਓ ਡਿਫਰੈਂਸ ਕਿੰਨੇ ਦਾਗਾ 11 ਦਾ। ਹਮੇਸ਼ਾ ਕੀ ਲਿਖਣਾਗਾ ਜਿੰਨੀਆਂ ਵਸਤੂਆਂ ਸੇਲ ਕੀਤੀਆਂ ਨੇ ਬੱਚਿਓ ਸੇਲ ਕਿੰਨੇ ਕੀਤੀਆਂ ਨੇ 44 ਇਨਟੂ ਆਪਾਂ ਕੀ ਕਰਾਂਗੇ 100 ਇਨਟੂ ਕੀ ਕਰਾਂਗੇ ਬੱਚਿਓ 100 कैंसिल करेंगे बच्चों 11 11 11 चौक 44 11 कैंसिल करेंगे बच्चों कितना होगा 25%। अपन बच्चे 25% ਦਾ ਲਾਸ ਹੋਊਗਾ ਆਪਣਾ ਕੀ ਹੋਊਗਾ ਬੀ ਵਾਲਾ ਆਨਸਰ ਆਊਗਾ। ਠੀਕ ਹੈ ਜੀ। ਇਹਦੇ ਵਿੱਚ ਆਪਣਾ ਬੱਚੇ 25% ਦਾ ਲਾਸ ਹੋਊਗਾ। ਹਮੇਸ਼ਾ ਕੀ ਕਰਨਾ ਹੈ ਅਗਰ ਇਸ ਤਰ੍ਹਾਂ ਦਾ ਕੋਈ ਵੀ ਸਵਾਲ ਲਿਖਿਆ ਜਾਊਗਾ ਤੁਸੀਂ ਉੱਪਰ ਲਿਖਣਾ ਡਿਫਰੈਂਸ। ਬੱਚੋ ਡਿਫਰੈਂਸ ਕਿੰਨੇ ਦਾ ਉੱਪਰ ਲਿਖਣਾਗਾ ਨੀਚੇ ਲਿਖਣਾ ਬੱਚੋ ਜਿੰਨੀਆਂ ਸੇਲ ਕੀਤੀਆਂ ਨੇ। ਹਮੇਸ਼ਾ ਸੇਲਿੰਗ ਪ੍ਰਾइस ਜਿੰਨੀਆਂ ਸੇਲ आइटम ने। ठीक है। हमेशा बच्चों की लिखनागा सेल आइटम्स इनटू की करना 100 अपना की होगा बच्चों आंसर आऊगा। ठीक है जी। डिफरेंस बच्चों किन्ने दा इन्हां दे विच 11 दा किन्नियां सेल कीतियां ने 44 इनटू की करांगे 100 बच्चों अपना आंसर आऊगा। ठीक है जी। उस तो बाद आप अगला देखते हैं। हां जी बच्चों ਇਹਦੇ ਵਿੱਚ ਕੀ ਕਿਹਾ ਹੋਏਗਾ ਆਪਾਂ ਨੂੰ ਕਿ ਬਿਨ ਹੋਈ ਸੇਲ 33 ਨਿੰਬੂਜ਼। ਬੱਚੇ ਆਪਾਂ 33 ਨਿੰਬੂ ਸੇਲ ਕਰਦੇ ਹਾਂ। ਕਿੰਨੇ ਸੇਲ ਕਰਦੇ ਹਾਂ ਬੱਚੋ 33 ਨਿੰਬੂ। ਜਦੋਂ ਆਪਾਂ 33 ਨਿੰਬੂ ਬੱਚੋ ਸੇਲ ਕਰਦੇ ਹਾਂ ਤਾਂ ਆਪਾਂ ਨੂੰ ਪ੍ਰੋਫਿਟ ਕਿਹਦੇ ਇਕੁਅਲ ਹੁੰਦਾਗਾ ਜਿੰਨੇ ਆਪਾਂ 11 ਨਿੰਬੂ ਸੇਲ ਕੀਤੇ। ਕਿਹਦੇ ਇਕੁਅਲ ਹੁੰਦਾ ਬੱਚੋ ਜਿੰਨਾ 11 ਨਿੰਬੂਆਂ ਦਾ ਵੇਚ ਮੁੱਲ ਆਪਣੇ ਕੋਲੇ ਉਹਨਾਂ ਆਪਾਂ ਨੂੰ ਬੱਚੋ ਪ੍ਰੋਫਿਟ ਹੁੰਦਾਗਾ। ਤਾਂ ਆਪਾਂ ਪਤਾ ਕਰਨਾਗਾ ਕਿ ਜਿਹੜਾ ਪ੍ਰੋਫਿਟ ਪਰਸੈਂਟੇਜ ਜਾਂ ਲਾਸ ਪਰਸੈਂਟੇਜ ਕਿੰਨੀ ਆ ਆਪਣੇ ਕੋਲੇ ਬੱਚੋ ਪ੍ਰੋਫਿਟ ਪਰਸੈਂਟੇਜ ਜਾਂ ਲਾਸ ਪਰਸੈਂਟੇਜ। ਦੇਖੋ ਬੱਚੇ ਇਹ 'ਚ ਕੀ ਹੋਊਗਾ ਆਪਾਂ ਨੂੰ ਪ੍ਰੋਫਿਟ ਹੋਊਗਾ ਤਾਂ ਇਹ ਵਾਲਾ ਆਨਸਰ ਨਹੀਂ ਹੋਣਾ ਆਪਣਾ। ਇਹ ਵਾਲਾ ਆਨਸਰ ਨਹੀਂ ਹੋਣਾ अपना सी वाला आंसर होगा या ए वाला आंसर होगा। दोनों ਦੇ ਵਿੱਚੋਂ ਇੱਕ ਆਨਸਰ ਹੋਗਾ। ਠੀਕ ਹੈ ਜੀ। ਕਿਉਂਕਿ ਦੇਖੋ ਬੱਚੇ ਆਪਾਂ ਨੂੰ ਪ੍ਰੋਫਿਟ ਹੋ ਰਿਹਾ ਹੈਗਾ ਆਪਾਂ ਨੂੰ ਸਵਾਲ ਦੱਸ ਰਿਹਾ ਕਿ ਪ੍ਰੋਫਿਟ ਹੋ ਰਿਹਾ। ਪ੍ਰੋਫਿਟ ਕਿੰਨਾ ਹੋ ਰਿਹਾ ਦੇਖੋ ਬੱਚੇ ਆਪਾਂ ਕਿੰਨੇ ਸੇਲ ਕਰਦੇ ਆ ਆਪਾਂ 33 ਸੇਲ ਕਰਦੇ ਆ 11 ਦਾ ਤਾਂ ਬੱਚੋ ਇਹਦੇ ਵਿੱਚ ਆਪਾਂ ਨੂੰ ਪ੍ਰੋਫਿਟ ਹੋ ਰਿਹਾਗਾ। ਸੇਲ ਕਿੰਨੇ ਕੀਤੇ ਬੱਚੋ ਆਪਾਂ 33 ਨਿੰਬੂ ਸੇਲ ਕੀਤੇ ਆ ਉਹਦੇ ਵਿੱਚੋਂ ਬੱਚੋ 11 ਨਿੰਬੂਆਂ ਦੇ ਬਰਾਬਰ ਜਿਹੜਾ ਵੇਚ ਮੁੱਲ ਆ ਉਹਦੇ ਬਰਾਬਰ ਕੀ ਹੋ ਰਿਹਾ ਬੱਚੋ ਆਪਾਂ ਨੂੰ ਲਾਭ ਹੋ ਰਿਹਾਗਾ ਪ੍ਰੋਫਿਟ ਹੋ ਰਿਹਾਗਾ। ਤਾਂ ਬੱਚੋ ਇਹ ਜਿਹੜਾ ਆਪਣੇ ਕੋਲੋਂ ਗਏ ਉਹ ਆਪਣੇ ਕੋਲ ਕਿੰਨੇ ਨਿੰਬੂਆਂ ਦਾ ਮੁੱਲ ਗਿਆ ਬੱਚੋ 22 ਦਾ। ਕਿੰਨੇ ਦਾ ਮੁੱਲ ਗਿਆ ਬੱਚੋ 22 ਦਾ। ਠੀਕ ਆ। ਤਾਂ ਜੇ ਆਪਾਂ ਪ੍ਰੋਫਿਟ ਦੇਖਣਾ ਕਿੰਨੇ ਪਰਸੈਂਟ ਆਊਗਾ ਆਪਾਂ ਕਹਾਂਗੇ ਕਿੰਨੇ ਦਾ ਪ੍ਰੋਫਿਟ ਹੋਇਆ ਬੱਚੋ 11 ਦਾ। ਠੀਕ ਆ। ਆਪਣੇ ਵੱਲੋਂ ਕਿੰਨੇ ਦੀ ਕੀਮਤ ਗਈ ਹੈ ਬੱਚੋ 22 ਦੀ ਇਨਟੂ 100 ਪਰਸੈਂਟਿੰਗ ਦੇ ਵਾਸਤੇ 11 ਦਾ ਨੇ ਕੱਟਾਂਗੇ ਬੱਚੋ ਕਿੰਨਾ ਆ ਗਿਆ 2 ਅੱਗੇ ਕੈਨਸਲ ਕਰਾਂਗੇ ਤਾਂ ਕਿੰਨਾ ਆ ਗਿਆ ਬੱਚੋ 50। ਆਪਣੇ ਕੋਲ ਬੱਚੋ ਜਿਹੜਾ ਆਨਸਰ ਆਊਗਾ ਕਿੰਨਾ ਹੋਊਗਾ 50%। ਕਿੰਨਾ ਆਨਸਰ ਆਊਗਾ ਬੱਚੋ 50%। 50% ਕੀ ਹੋਊਗਾ ਬੱਚੋ ਪ੍ਰੋਫਿਟ। अपना आंसर की होगा बच्चों 50%। 50% की होगा बच्चों अपने को प्रॉफिट अपना ए वाला बच्चों आंसर होगा। ठीक है जी। अपना की होगा बच्चों प्रॉफिट। प्रॉफिट कितना होगा 50% बच्चों अपना ए वाला आंसर होगा। ठीक है जी। हम इस तरह देखांगे क्योंकि ਆਪਾਂ ਜਿਹੜੇ 33 ਨਿੰਬੂ ਵੇਚੇ ਸੀ ਉਹਦੇ ਵਿੱਚੋਂ 11 ਨਿੰਬੂਆਂ ਦੇ ਵੇਚ ਮੁੱਲ ਬਰਾਬਰ ਆਪਾਂ ਨੂੰ ਲਾਭ ਹੋ ਗਿਆ। ਤਾਂ ਬੱਚੋ ਜਿਹੜਾ ਆਪਣੇ ਕੋਲ ਖਰਚਾ ਹੋਇਆਗਾ ਉਹ ਕਿੰਨਾ ਹੋਏਗਾ ਜਿੰਨਾ 22 ਨਿੰਬੂਆਂ ਦਾ ਮੁੱਲ ਹੁੰਦਾਗਾ। ਠੀਕ ਹੈ ਬੱਚੋ। ਤੇ ਲਾਭ ਕਿੰਨਾ ਹੋਇਆ ਆਪਾਂ ਨੂੰ 11 ਨਿੰਬੂਆਂ ਦਾ। ਉੱਪਰ ਲਿਖਾਂਗੇ ਲਾਭ 11 ਦਾ खर्चा किन्ने का होया 22 ਦਾ इनटू 100। क्योंकि देखो बच्चों ਆਪਾਂ ਕੀ ਲਿਖ ਦਿੰਦੇ ਜਿੰਨੇ ਦਾ ਪ੍ਰੋਫਿਟ ਹੁੰਦਾਗਾ ਨੀਚੇ ਬੱਚੋ ਜਿਹੜਾ ਆਪਣਾ ਕਾਸਟ ਪ੍ਰਾਈਸ ਹੁੰਦਾਗਾ ਇਨਟੂ ਬੱਚੋ 100 ਇਨਟੂ ਕੀ ਕਰ ਦਿੰਦੇ ਬੱਚੋ 100 ਆਪਣਾ ਕੀ ਹੁੰਦਾਗਾ ਸਮ ਸੋਲਵ ਹੋ ਜਾਂਦਾ। ਠੀਕ ਹੈ ਜੀ ਬੱਚੋ। ਆਪਾਂ ਇਸ ਤਰ੍ਹਾਂ ਕਰਾਂਗੇ। ਉਸ ਤੋਂ ਬਾਅਦ ਅਗਲਾ ਦੇਖਦੇ ਆਪਾਂ। ਹਾਂਜੀ ਬੱਚੋ ਅਗਲੇ ਚ ਵਿੱਚ ਆਪਾਂ ਨੂੰ ਕੀ ਕਹਿ ਰਿਹਾ ਬੱਚੋ ਇੱਕ ਹਾਰਸ ਇੱਕ ਘੋੜਾ ਤੇ ਇੱਕ ਕਾਊ। ਬੱਚੋ ਇੱਕ ਘੋੜਾ ਤੇ ਇੱਕ ਕਾਊ ਕਿੰਨੇ ਦੇ ਖਰੀਦੇ ਗਏ ਨੇ। ਇੱਕ ਹਾਰਸ ਦਿੱਤਾ ਹੋਇਆ ਆਪਣੇ ਕੋਲੇ ਬੱਚੋ दूसरा की प्लस एक काऊ। बच्चों एक हॉर्स एक काऊ आ वो किन्ने दे खरीदे गए ने बच्चों खरीदे गए ने 15,000 दे। ठीक है बच्चों किन्ने दे खरीदे गए ने 15,000 दे। देखो बच्चों एक घोड़े नु खरीदेगा एक गां नु खरीदेगा दोवां दा जेड़ा इकट्ठा रेट आ बच्चों अपने कोल किन्नागा 15,000। ठीक है। अगे की गल कीती है बच्चों जेड़ी काऊ अपने कोले देखो अपने कोले हॉर्स आ पहला हॉर्स नु की करता बच्चों 5% लॉस पे सेल करता। हॉर्स नु बच्चों की करता 5% लॉस पे सेल करता। ठीक है जी। उस तो बाद बच्चों ਜਿਹੜੀ ਕਾਊ ਆਪਣੇ ਕੋਲੇ ਗਾਂ ਗਈ ਉਹਨੂੰ ਕੀ ਕੀਤਾ ਬੱਚੇ ਉਹਨੂੰ 10% ਪ੍ਰੋਫਿਟ ਤੇ ਸੇਲ ਕੀਤਾਗਾ। ਦੇਖੋ ਜਿਹੜਾ ਆਪਣੇ ਕੋਲੇ ਹਾਰਸ ਸੀ ਉਹਨੂੰ 5% ਆਪਾਂ ਲਾਸ ਤੇ ਸੇਲ ਕਰਤਾ ਬੱਚੋ। ਜਿਹੜੀ ਕਾਊ ਆ ਉਹਨੂੰ 10% ਆਪਾਂ ਪ੍ਰੋਫਿਟ ਤੇ ਸੇਲ ਕਰਤਾ। ਬਟ ਆਪਣੇ ਕੋਲ ਬੱਚੋ ਜਿਹੜਾ ਨੈਟ ਆ ਨਾ ਤਾਂ ਆਪਾਂ ਨੂੰ ਕੋਈ ਪ੍ਰੋਫਿਟ ਹੋਇਆ ਨਾ ਆਪਾਂ ਨੂੰ ਲਾਸ ਹੋਇਆਗਾ। नो लॉस नो प्रॉफिट। बट बच्चे ਜਿਹੜਾ ਨੈਟ ਆ ਨਾ ਤਾਂ ਆਪਾਂ ਨੂੰ ਕੋਈ ਪ੍ਰੋਫਿਟ ਹੋਇਆ ਨਾ ਆਪਾਂ ਨੂੰ ਕੋਈ ਲਾਸ ਹੋਇਆਗਾ। ਤਾਂ ਬੱਚੇ ਨੂੰ ਆਪਾਂ ਕਿਸ ਤਰ੍ਹਾਂ ਕਰਾਂਗੇ 5% ਪ੍ਰੋਫਿਟ ਤੇ ਆਪਾਂ ਹਾਰਸ ਨੂੰ ਸੇਲ ਕੀਤਾਗਾ ਆ 5% ਲਾਸ ਦੇ ਵਿੱਚ ਆਪਾਂ ਹਾਰਸ ਨੂੰ ਸੇਲ ਕੀਤਾ 5 ਆਪਾਂ 10% ਪ੍ਰੋਫਿਟ ਦੇ ਵਿੱਚੋਂ
ਕਾਊ ਨੂੰ ਸੇਲ ਕੀਤਾ। ਬਟ ਬੱਚੇ ਜਿਹੜਾ ਨੈਟ ਆਪਣੇ ਕੋਲੇ ਨਾ ਆਪਣਾ ਲਾਸ ਹੋਇਆ ਨਾ ਪ੍ਰੋਫਿਟ ਹੋਇਆ, ਤਾਂ ਨੈਟ ਆਪਣੇ ਕੋਲੇ ਕਿੰਨਾ ਹੋਇਆ ਬੱਚੋ 0। ਨੈਟ ਬੱਚੋ ਕਿੰਨਾ ਹੋਇਆ 0। ਇੱਥੇ ਮੈਂ ਕਿੰਨਾ ਲਿਖੂੰਗਾ 0%। ਵਿਚਾਲੇ ਕੀ ਲਿਖੂੰਗਾ ਬੱਚੋ 0%, ਜਿਹੜਾ ਕਿ ਨਾ ਆਪਾਂ ਨੂੰ ਲਾਸ ਹੋਇਆ ਨਾ ਆਪਾਂ ਨੂੰ ਪ੍ਰੋਫਿਟ ਹੋਇਆਗਾ, ਉਹ ਕਿੰਨਾ ਹੋਇਆ ਬੱਚੋ ਆਪਣੇ ਕੋਲੇ 0%। ਤਾਂ ਇੱਥੇ ਕਿੰਨਾ ਲਿਖੂੰਗਾ ਬੱਚੋ ਮੈਂ 0%। ਠੀਕ ਹੈ ਜੀ, ਇੱਥੇ ਗੱਲ ਸਮਝ ਆ ਗਈ ਬੱਚੋ। ਕਿੰਨਾ ਲਿਖੂੰਗਾ ਮੈਂ ਵਿਚਾਲੇ 0%, ਜਿਹੜਾ ਨੈਟ ਆ ਉਹ ਕਿੰਨਾ ਗਾ 0%। ਤਾਂ ਬੱਚੋ ਇੱਥੇ ਕਿੰਨੇ ਦਾ ਡਿਫਰੈਂਸ ਆ 5 ਦਾ, ਇੱਥੇ ਬੱਚੋ ਕਿੰਨੇ ਦਾ ਡਿਫਰੈਂਸ ਆ, ਇੱਥੇ ਕਿੰਨੇ ਦਾ 10 ਦਾ। ਇਹ ਕੀ ਕੀਤਾ ਬੱਚੋ ਆਪਾਂ ਐਲੀਗੇਸ਼ਨ ਯੂਜ਼ ਕੀਤਾ, ਆਪਾਂ ਕੀ ਕੀਤਾ ਬੱਚੋ ਐਲੀਗੇਸ਼ਨ ਯੂਜ਼ ਕੀਤਾ। ਜਦ ਵੀ ਆਪਾਂ ਨੂੰ ਕਾਮਨ ਰੇਟ ਦਿੱਤਾ ਹੋਵੇ, ਉਹਨਾਂ ਦਾ ਸੈਪਰੇਟ ਦੇਖਣਾ ਹੋਵੇ ਰੇਟ, ਤਾਂ ਬੱਚੋ ਆਪਾਂ ਕੀ ਕਰਾਂਗੇ ਕਾਮਨ ਉਹਦੇ ਵਿੱਚ ਆਪਾਂ ਐਲੀਗੇਸ਼ਨ ਮੈਥਡ ਯੂਜ਼ ਕਰਾਂਗੇ। ਇੱਕ ਪਾਸੇ ਆਪਾਂ ਨੂੰ ਬੱਚੇ 5% ਦਾ ਪ੍ਰੋਫਿਟ ਹੁੰਦਾਗਾ, ਦੂਜੇ ਪਾਸੇ ਬੱਚੋ ਆਪਾਂ ਨੂੰ 10% ਦਾ ਪ੍ਰੋਫਿਟ ਹੁੰਦਾ। ਬਟ ਬੱਚੋ ਜਿਹੜਾ ਨੈਟ ਪ੍ਰੋਫਿਟ ਆ ਉਹ ਕਿੰਨਾ ਹੁੰਦਾ ਆਪਾਂ ਨੂੰ 0 ਹੁੰਦਾਗਾ। ਹੁਣ ਦੇਖੋ ਆਪਾਂ ਇਹਨੂੰ ਰੇਸ਼ੋ ਦੇ ਵਿੱਚ ਕਨਵਰਟ ਕਰਾਂਗੇ, 5 ਨੂੰ ਕੈਨਸਲ ਕਰਾਂਗੇ ਤਾਂ ਬੱਚੋ ਕਿੰਨਾ ਆ ਗਿਆ 2:1। ਬੱਚੋ ਕੀ ਆ ਗਿਆ 2:1। ਤਾਂ ਬੱਚੋ ਜਿਹੜਾ ਆਪਣਾ ਰੇਟ ਆ ਉਹ ਦੋ ਪਾਰਟਾਂ ਦੇ ਵਿੱਚ ਡਿਵਾਈਡ ਹੋ ਗਿਆ। ਕਿਹੜੇ ਕਿਹੜੇ ਪਾਰਟਾਂ ਦੇ ਵਿੱਚ ਬੱਚੋ 2:1। ਤਾਂ ਇੱਕ ਸਾਈਡ ਆਪਣੇ ਕੋਲ 2 ਪਾਰਟ ਆ ਗਏ, ਇੱਕ ਸਾਈਡ ਬੱਚੋ ਆਪਣੇ ਕੋਲੇ 1 ਪਾਰਟ ਆ ਗਏ। ਤਾਂ ਆਪਾਂ ਟੋਟਲ ਐਡ ਕਰੀਏ 2 + 1 ਕਿੰਨਾ ਆ ਗਿਆ ਬੱਚੋ ਆਪਣੇ ਕੋਲੇ 3। 2 + 1 ਬੱਚੋ ਕਿੰਨਾ ਆ ਗਿਆ ਆਪਣੇ ਕੋਲੇ 3। ਤਿੰਨ ਪਾਰਟ ਨੇ ਜਿਹੜੇ ਬੱਚੋ ਆਪਣੇ ਕੋਲ ਕਿਹਦੇ ਬਰਾਬਰ ਨੇ, ਤਿੰਨ ਪਾਰਟ ਆਪਣੇ ਕੋਲ ਬੱਚੇ ਹੈਗੇ ਨੇ 15000 ਦੇ ਬਰਾਬਰ। ਕਿਹਦੇ ਹਜ਼ਾਰ ਦੇ ਬਰਾਬਰ ਆ 15 ਦੇ। ਇੱਕ ਕਿਹਦੇ ਹਜ਼ਾਰ ਦੇ ਬਰਾਬਰ ਹੋਊ ਬੱਚੋ 5000 ਦੇ। ਇੱਕ ਕਿਹਦੇ ਬਰਾਬਰ ਆਊਗਾ 5000 ਦੇ। ਠੀਕ ਆ ਬੱਚੋ, ਇੱਥੇ ਤੱਕ ਸਮਝ ਆ ਗਿਆ। ਇੱਕ ਕਿਹਦੇ ਬਰਾਬਰ ਆਊਗਾ 5000 ਦੇ ਬਰਾਬਰ। ਹੁਣ ਦੇਖੋ ਆਪਾਂ ਨੂੰ ਰੇਟ ਕਿਹਦਾ ਪੁੱਛਿਆ ਬੱਚੋ, ਆਪਾਂ ਨੂੰ ਰੇਟ ਪੁੱਛਿਆ ਸੀ ਹਾਰਸ ਦਾ, ਘੋੜੇ ਦਾ ਰੇਟ ਕਿੰਨਾ। ਬੱਚੋ ਘੋੜੇ ਦਾ ਰੇਟ ਕਿੰਨਾ ਆਪਣੇ ਕੋਲੇ 2 ਪਾਰਟ। ਘੋੜੇ ਦਾ ਰੇਟ ਬੱਚੋ ਕਿੰਨਾ ਗਾ 2 ਪਾਰਟ। ਇਹ 2 ਦੇ ਨਾਲ ਮਲਟੀਪਲਾਈ ਕਰਾਂਗੇ ਤਾਂ ਬੱਚੋ ਕਿੰਨਾ ਆਊਗਾ ਆਪਣੇ ਕੋਲੇ 10000। ਤਾਂ ਕਿੰਨਾ ਆਊਗਾ ਬੱਚੋ ਆਪਣੇ ਕੋਲੇ 10000 ਆਪਣਾ A ਵਾਲਾ ਆਨਸਰ ਆਊਗਾ। ਠੀਕ ਹੈ ਜੀ, ਕਿਹੜਾ ਆਨਸਰ ਆਊਗਾ ਬੱਚੋ ਆਪਣਾ A ਵਾਲਾ ਆਨਸਰ ਆਊਗਾ। ਇਹਨੂੰ ਆਪਾਂ ਇਸ ਤਰ੍ਹਾਂ ਕਰਾਂਗੇ। ਠੀਕ ਹੈ ਜੀ ਬੱਚੋ, ਸਮਝ ਆ ਗਈ। ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਹਾਂ। ਹਾਂਜੀ ਬੱਚੋ, ਅਗਲਾ ਦੇਖੋ ਸਮ ਬਿਲਕੁਲ ਉਸੇ ਤਰ੍ਹਾਂ ਦੀ ਆਪਾਂ ਨੂੰ ਐਲੀਗੇਸ਼ਨ ਯੂਜ਼ ਕਰਨਾ ਪਊਗਾ, ਕਿਉਂਕਿ ਕਾਮਨ ਰੇਟ ਦਿੱਤਾ ਹੋਇਆ ਨੇ ਆਪਣੇ ਕੋਲੇ, ਸੈਪਰੇਟ ਕਰਨਾ ਪਊਗਾ। ਇੱਕ ਦੁਕਾਨਦਾਰ ਬੱਚੋ 2 ਆਈਟਮ ਖਰੀਦਾਗਾ। ਇੱਕ ਦੁਕਾਨਦਾਰ ਬੱਚੋ ਕਿੰਨੀ ਆਈਟਮਾਂ ਖਰੀਦਾਗਾ 2 ਆਈਟਮ ਖਰੀਦਾਗਾ। ਜਿਹੜੇ ਬੱਚੋ 2 ਆਈਟਮ ਖਰੀਦਾਗਾ, ਕਿੰਨੇ ਨੇ ਖਰੀਦਾ ਬੱਚੋ 2 ਆਈਟਮ 36000 ਦੀਆਂ। ਕਿੰਨੇ ਨੇ ਖਰੀਦਾ ਬੱਚੋ 36000 ਦੀਆਂ 2 ਆਈਟਮਾਂ। 2 ਆਈਟਮਸ ਬੱਚੋ ਕਿੰਨੇ ਦੇ ਖਰੀਦਾਗਾ 36000 ਦੀਆਂ 2 ਆਈਟਮ ਖਰੀਦਾਗਾ। ਉਸ ਤੋਂ ਬਾਅਦ ਬੱਚੋ ਸੇਲ ਕਿੰਨੇ ਦੇ ਕਰ ਦਿੰਦਾਗਾ, ਸੇਲ ਕਰ ਦਿੰਦਾ ਬੱਚੋ ਜਿਹੜਾ ਸੇਲ ਕਰਦਾਗਾ ਬੱਚੋ, ਸੇਲ ਕਿੰਨੇ ਦੇ ਕਰਦਾ ਆਪਣੇ ਕੋਲੇ 42480 ਦੀਆਂ। ਕਿੰਨੇ ਦੀਆਂ ਸੇਲ ਕਰਦਾ ਬੱਚੋ 42480 ਦੀਆਂ। ਕਿੰਨੇ ਦੀਆਂ ਸੇਲ ਕਰਦਾ ਬੱਚੋ 42480 ਦੀਆਂ ਸੇਲ ਕਰਦਾ। ਤਾਂ ਬੱਚੋ ਨੂੰ ਪ੍ਰੋਫਿਟ ਕਿੰਨਾ ਹੁੰਦਾ ਦੇਖੋ 0.84 ਕਿੰਨਾ ਆ ਗਿਆ 0.84 ਕਿੰਨਾ ਆ ਗਿਆ 6। ਪ੍ਰੋਫਿਟ ਬੱਚੋ ਲਾਭ ਕਿੰਨਾ ਹੁੰਦਾ ਬੱਚੋ ਦੇ ਕੋਲੇ 6480। ਲਾਭ ਕਿੰਨਾ ਹੁੰਦਾ ਬੱਚੋ 6480। ਕਿੰਨਾ ਲਾਭ ਹੋਊਗਾ ਬੱਚੋ 6480। ਜੇ ਬੱਚੋ ਲਾਭ 6480 ਹੁੰਦਾਗਾ, ਲਾਭ ਕਿੰਨਾ ਹੁੰਦਾ ਬੱਚੋ 6480 ਹੁੰਦਾਗਾ। ਠੀਕ ਆ, ਕਿੰਨੇ ਰੁਪਏ ਸੀ ਬੱਚੋ ਖਰੀਦਿਆ ਕਿੰਨੇ ਦੀ ਸੀ 36000 ਦੀਆਂ। ਤਾਂ ਖਰੀਦਿਆ ਕਿੰਨੇ ਦੀ ਸੀ ਬੱਚੋ 36000 ਦੀਆਂ। ਇਨਟੂ ਕੀ ਕਰਾਂਗੇ ਆਪਾਂ 100% ਵਾਸਤੇ ਕੈਂਸਲ ਕਰਦੇ ਵਿੱਚੋਂ 2 0 ਨਾਲ 2 0 ਕੈਂਸਲ ਹੋ ਗਿਆ, ਇਹਦੇ ਨਾਲ ਕੀਤਾ ਤੇ ਕੈਂਸਲ ਹੋ ਗਿਆ। ਉਸ ਤੋਂ ਬਾਅਦ 9 ਤੇ ਕੈਂਸਲ ਕੀਤਾ ਬੱਚੋ 4 ਆ ਗਿਆ। 9 ਤੇ ਕੈਂਸਲ ਕੀਤਾ 7 ਕਿੰਨਾ ਆ ਗਿਆ ਬੱਚੋ 2 ਆ ਗਿਆ। ਆਪਣੇ ਕੋਲ ਕਿੰਨਾ ਆ ਗਿਆ 72 ਕਿੰਨਾ ਆ ਗਿਆ ਬੱਚੋ 18%। ਆਪਾਂ ਨੂੰ ਜਿਹੜਾ ਨੈਟ ਪ੍ਰੋਫਿਟ ਹੁੰਦਾ ਬੱਚੋ ਕਿੰਨਾ ਹੁੰਦਾਗਾ 18%। ਜਿਹੜਾ ਆਪਣਾ ਪ੍ਰੋਫਿਟ ਉਹ ਬੱਚੋ ਕਿੰਨਾ ਨੈਟ ਪ੍ਰੋਫਿਟ ਕਿੰਨਾ ਆਪਣਾ 18%। ਹੁਣ ਦੇਖੋ ਬੱਚੋ 18% ਆਪਣਾ ਨੈਟ ਪ੍ਰੋਫਿਟ ਆ। ਇੱਕ ਆਈਟਮ ਸੇਲ ਕਰਨ ਤੇ 15% ਦਾ ਆਪਾਂ ਨੂੰ ਪ੍ਰੋਫਿਟ ਹੁੰਦਾ। ਇੱਕ ਪਾਸੇ ਬੱਚੋ ਕਿੰਨੇ ਦਾ ਹੁੰਦਾ ਆਪਾਂ ਨੂੰ 15% ਦਾ ਪ੍ਰੋਫਿਟ, ਦੂਜੇ ਪਾਸੇ ਬੱਚੋ ਕਿੰਨੇ ਦਾ ਹੁੰਦਾ 24% ਦਾ। ਇੱਕ ਪਾਸੇ 15% ਦਾ ਪ੍ਰੋਫਿਟ, ਦੂਜੇ ਪਾਸੇ ਕਿੰਨੇ ਦਾ ਹੁੰਦਾਗਾ 24 ਦਾ। ਤਾਂ ਬੱਚੋ ਆਪਾਂ ਲਿਖਾਂਗੇ ਇੱਕ ਸਾਈਡ ਆਪਾਂ ਨੂੰ ਪ੍ਰੋਫਿਟ ਹੁੰਦਾ 15% ਦਾ, ਦੂਜੇ ਪਾਸੇ ਬੱਚੋ ਪ੍ਰੋਫਿਟ ਕਿੰਨਾ ਹੁੰਦਾਗਾ 24% ਦਾ। ਠੀਕ ਆ, ਇੱਕ ਪਾਸੇ ਕਿੰਨੇ ਦਾ ਹੁੰਦਾ ਬੱਚੋ 15% ਦਾ, ਦੂਜੇ ਪਾਸੇ ਕਿੰਨੇ ਦਾ ਹੁੰਦਾਗਾ 24% ਦਾ। ਤਾਂ ਬੱਚੋ ਜਿਹੜਾ ਨੈਟ ਪ੍ਰੋਫਿਟ ਆ ਉਹ ਕਿੰਨੇ ਦਾ ਆਪਾਂ ਨੂੰ 18% ਦਾ। ਨੈਟ ਪ੍ਰੋਫਿਟ ਬੱਚੋ ਕਿੰਨਾਗਾ 18%। ਨੈਟ ਪ੍ਰੋਫਿਟ ਬੱਚੋ ਕਿੰਨਾ 18%। ਇਧਰ ਕਿੰਨੇ ਦਾ ਡਿਫਰੈਂਸ ਆ ਬੱਚੋ 3 ਦਾ, ਇਧਰ ਕਿੰਨਾ ਡਿਫਰੈਂਸ ਆ ਬੱਚੋ 6 ਦਾ। ਠੀਕ ਆ, ਉਧਰ ਕਿੰਨਾ ਡਿਫਰੈਂਸ ਆ ਬੱਚੋ 6 ਦਾ, ਇਧਰ ਕਿੰਨੇ ਦਾਗਾ 3 ਦਾ। ਜੇ ਆਪਾਂ ਬੱਚੋ ਦੀ ਰੇਸ਼ੋ ਦੇਖੀਏ, ਰੇਸ਼ੋ ਕਿੰਨੀ ਆਊਗੀ ਬੱਚੋ 2:1। 2 ਕਿੰਨੀ ਆਊਗੀ 1। ਠੀਕ ਆ ਬੱਚੋ, ਜਿਹੜੀ ਰੇਸ਼ੋ ਆਊਗੀ ਉਹ ਕਿੰਨੀ ਆਊਗੀ 2:1। ਠੀਕ ਆ ਬੱਚੋ, ਰੇਸ਼ੋ ਕਿੰਨੀ ਆਊਗੀ 2:1। ਇਹਦਾ ਮਤਲਬ ਟੋਟਲ ਕਿੰਨਾ ਬੱਚੋ ਆਪਣੇ ਕੋਲੇ 3 ਪਾਰਟ ਕਿਹਦੇ ਬਰਾਬਰ ਆ ਬੱਚੋ 36000 ਦੇ। ਤਾਂ ਇੱਕ ਪਾਰਟ ਕਿਹਦੇ ਬਰਾਬਰ ਆ ਗਿਆ ਬੱਚੋ 12000 ਦੇ। ਇੱਕ ਪਾਰਟ ਕਿੱਧਰ ਆ ਗਿਆ ਬੱਚੋ 12000 ਦੇ। ਤਾਂ ਇਹਦਾ ਮਤਲਬ ਕੀ ਆ ਕਿ ਇੱਕ ਆਈਟਮ ਦਾ ਰੇਟ ਕਿੰਨਾਗਾ 2 ਪਾਰਟ ਮਤਲਬ ਕਿੰਨਾ ਬੱਚੋ 24000। ਰੇਟ ਕਿੰਨਾਗਾ 24000। ਦੂਜੇ ਦਾ ਬੱਚੋ ਰੇਟ ਕਿੰਨਾਗਾ 12000। ਇੱਕ ਦਾ ਬੱਚੋ ਕਿੰਨਾਗਾ
24000, ਦੂਜੇ ਦਾ ਬੱਚੋ ਕਿੰਨਾ ਗਾ 12000, ਇੱਕ ਦਾ 24000, ਇੱਕ ਦਾ ਬੱਚੋ ਕਿੰਨਾ 12000। ਆਪਣੇ ਕੋਲ ਕੀ ਆਊ ਬੱਚੋ C ਵਾਲਾ ਆਨਸਰ ਆਊਗਾ। ਕਿਹੜਾ ਆਨਸਰ ਆਊਗਾ ਬੱਚੋ ਆਪਣਾ C ਵਾਲਾ ਆਨਸਰ ਆਊਗਾ। ਇਹਨੂੰ ਆਪਾਂ ਇਸ ਤਰ੍ਹਾਂ ਕਰਾਂਗੇ, ਠੀਕ ਹੈ ਜੀ ਬੱਚੋ, ਸਮਝ ਆ ਗਿਆ। ਐਲੀਗੇਸ਼ਨ ਆਪਾਂ ਲਾਸਟ ਤੇ ਯੂਜ਼ ਕਰਨਾ। ਉਸ ਤੋਂ ਬਾਅਦ ਅਗਲਾ ਸਮ, ਹਾਂਜੀ ਬੱਚੋ ਦੇਖਿਓ ਅਗਲਾ ਸਮ ਬਿਲਕੁਲ ਉਸ ਤਰ੍ਹਾਂ ਦਾ ਹੀ ਸਮ ਹੈ ਜਿਸ ਆਪਾਂ ਐਲੀਗੇਸ਼ਨ ਯੂਜ਼ ਕਰਨਾ। ਬੱਚੋ ਇਹ ਪੀਪੀਐਸਸੀ ਹੈ ਜਿਹੜੀ ਆਪਣੇ ਕੋਲ ਪੀਪੀਐਸਸੀ, ਉਹਦੇ ਵਿੱਚ ਮੋਸਟਲੀ ਪੁੱਛੇ ਜਾਣ ਵਾਲੇ ਸਵਾਲ ਨੇ ਜਿਹੜੇ ਆਪਾਂ ਪ੍ਰੋਫਿਟ ਲਾਸ ਦੇ ਸਮ ਕਰ ਰਹੇ ਹਾਂ ਬੱਚੋ। ਉਹਦੇ ਵਿੱਚ ਮੋਸਟਲੀ ਰਿਪੀਟ ਹੋਣ ਵਾਲੇ ਸਮ ਨੇ ਜਿਹੜੇ ਆਪਣੇ ਪੀਪੀਐਸਸੀ ਦੇ ਨੇ। ਉਹਦੇ ਵਿੱਚ ਆਪਣੇ ਕੋਲੇ ਬੱਚੋ ਇਸ ਤਰ੍ਹਾਂ ਦੇ ਸਵਾਲ ਪੁੱਛੇ ਜਾਂਦੇ ਆ। ਇਹਦੇ ਵਿੱਚ ਕੀ ਆ ਬੱਚੋ, ਇੱਕ ਪਰਸਨ ਅਬਾਊਟ 1 ਹਾਰਸ, ਬੱਚੋ ਇੱਕ ਘੋੜਾ ਖਰੀਦਾਗਾ, ਠੀਕ ਆ, ਪਲੱਸ ਇੱਕ ਕਾਊ ਖਰੀਦਾਗਾ। ਬੱਚੋ ਇੱਕ ਘੋੜਾ ਖਰੀਦਾਗਾ, ਇੱਕ ਕੀ ਖਰੀਦਾਗਾ ਕਾਊ। ਕਿੰਨੇ ਦੀ ਖਰੀਦਾ ਬੱਚੋ, ਉਹ 10000 ਦੀ। ਕਿੰਨਾ ਪ੍ਰਾਈਸ ਦਿੱਤਾ ਹੋਇਆ ਬੱਚੋ 10000। ਕਿੰਨਾ ਪ੍ਰਾਈਸ ਦਿੱਤਾ ਬੱਚੋ 10000। ਕਿੰਨੇ ਦੀ ਖਰੀਦਾ ਬੱਚੋ 10000 ਦੀ ਖਰੀਦਾਗਾ। ਉਸ ਤੋਂ ਬਾਅਦ ਕੀ ਕਹਿੰਦੇ ਆ ਬੱਚੋ ਆਪਾਂ ਨੂੰ, ਦਾ ਕਾਊ ਵਾਜ ਸੋਲਡ, ਜਿਹੜੀ ਕਾਊ ਆ ਬੱਚੋ 6% ਪ੍ਰੋਫਿਟ ਤੇ ਵੇਚਦਾਗਾ ਐਂਡ ਜਿਹੜਾ ਬੱਚੋ ਹਾਰਸ ਆ ਉਹ 26% ਪ੍ਰੋਫਿਟ ਤੇ ਵੇਚਦਾਗਾ, ਠੀਕ ਹੈ। ਜਿਹੜੀ ਆਪਣੇ ਕੋਲੇ ਕਾਊ ਆ ਗਾਂ ਗੀ ਉਹ 6% ਲਾਭ ਤੇ ਵੇਚਦਾ, ਜਿਹੜਾ ਘੋੜਾ ਬੱਚੋ ਕਿੰਨੇ ਦੇ ਵੇਚਦਾਗਾ 26% ਲਾਭ ਤੇ ਵੇਚਦਾਗਾ। ਇਫ ਦਾ ਪਰਸਨ ਅਰਨ, ਜਿਹੜਾ ਆਦਮੀ ਆ ਬੱਚੋ ਉਹ ਕਿੰਨਾ ਪ੍ਰੋਫਿਟ ਕਮਾਉਂਦਾਗਾ ਬੱਚੋ 1100 ਰੁਪਇਆ। ਕਿੰਨਾ ਪ੍ਰੋਫਿਟ ਕਮਾਉਂਦਾ, ਜਿਹੜਾ ਨੈਟ ਪ੍ਰੋਫਿਟ ਆ ਬੱਚੋ ਕਿੰਨਾ ਕਮਾਉਂਦਾਗਾ 1100 ਰੁਪਇਆ। ਤਾਂ ਨੈਟ ਪ੍ਰੋਫਿਟ ਆਪਾਂ ਦੇਖੋ ਬੱਚੋ ਕਿੰਨਾ ਕਮਾਉਂਦਾਗਾ 1100 ਰੁਪਇਆ ਕਮਾਉਂਦਾਗਾ। ਕਿੰਨੇ ਰੁਪਏ ਵਿੱਚ ਬੱਚੋ ਟੋਟਲ ਜਿਹੜੇ ਪੈਸੇ ਆ ਜਿਹੜਾ ਖਰੀਦ ਮੁੱਲ ਕਿੰਨਾ 10000 ਇਨਟੂ ਬੱਚੋ ਕੀ 100, 2 ਜ਼ੀਰੋ ਨਾਲ 2 ਜ਼ੀਰੋ ਕੈਂਸਲ ਹੋ ਗਏ, 2 ਨਾਲ ਆ ਕੱਟੇ ਤਾਂ ਨੈਟ ਪ੍ਰੋਫਿਟ ਬੱਚੋ ਕਿੰਨਾ 11%। ਇੱਥੇ ਮੈਂ ਲਿਖ ਸਕਦਾ ਬੱਚੋ ਜਿਹੜਾ ਨੈਟ ਪ੍ਰੋਫਿਟ ਆਪਾਂ ਨੂੰ, ਨੈਟ ਪ੍ਰੋਫਿਟ ਹੈ ਬੱਚੋ ਕਿੰਨਾ ਹੁੰਦਾਗਾ, ਉਹ ਹੁੰਦਾ 11%। ਨੈਟ ਪ੍ਰੋਫਿਟ ਬੱਚੋ ਕਿੰਨਾ 11%, ਠੀਕ ਆ ਬੱਚੋ। ਤੱਕ ਸਮਝ ਆ ਗਿਆ। ਜਿਹੜਾ ਨੈਟ ਪ੍ਰੋਫਿਟ ਆ ਉਹ ਕਿੰਨਾ ਆਪਣੇ ਕੋਲ ਬੱਚੋ 11%, 11%। ਇੱਕ ਸਾਈਡ ਬੱਚੋ 6% ਦਾ ਪ੍ਰੋਫਿਟ ਆ, ਦੂਜੀ ਸਾਈਡ ਬੱਚੋ ਕਿੰਨਾ ਗਾ 26% ਦਾ ਪ੍ਰੋਫਿਟ ਆ। ਬਟ ਜਿਹੜਾ ਨੈਟ ਪ੍ਰੋਫਿਟ ਆ ਉਹ ਕਿੰਨਾ ਬੱਚੋ 11%। ਨੈਟ ਪ੍ਰੋਫਿਟ ਬੱਚੋ ਕਿੰਨਾ ਗਾ ਆਪਣੇ ਕੋਲੇ 11% ਬੱਚੋ, ਠੀਕ ਹੈ। ਕਿੰਨਾ ਗਾ 11%। ਤਾਂ ਇਹਦੇ ਵਿੱਚ ਬੱਚੋ ਕਿੰਨਾ ਡਿਫਰੈਂਸ ਆ 5% ਦਾ, ਠੀਕ ਹੈ ਜੀ। ਕਿੰਨੇ ਦਾ ਡਿਫਰੈਂਸ ਆਊ ਬੱਚੋ ਇਹਦੇ ਵਿੱਚ 5% ਦਾ ਡਿਫਰੈਂਸ ਆਊਗਾ। ਇੱਥੇ ਬੱਚੋ ਆਪਣੇ ਕੋਲ ਕਿੰਨਾ ਗਾ 11%, 11% ਆ ਬੱਚੋ 11%। ਇੱਕ ਸਾਈਡ ਕਿੰਨਾ ਆ ਗਿਆ ਬੱਚੋ 5%। ਤਾਂ ਦੂਸਰੀ ਸਾਈਡ ਬੱਚੋ ਕਿੰਨਾ ਆਊਗਾ ਆਪਣੇ ਕੋਲੇ, ਦੂਸਰੀ ਸਾਈਡ ਕਿੰਨਾ ਆਊਗਾ 25 ਦੇ ਵਿੱਚੋਂ 11 ਕੱਢਾਂਗੇ ਤਾਂ ਕਿੰਨਾ ਆ ਗਿਆ 15%। ਇੱਕ ਸਾਈਡ ਬੱਚੋ ਕਿੰਨਾ ਆ ਗਿਆ 15%, ਦੂਜੀ ਸਾਈਡ ਕਿੰਨਾ 5%। ਪਾਰਟ ਦੇਖਾਂਗੇ ਰੇਸ਼ੋ ਦੇ ਵਿੱਚ ਬੱਚੋ ਕਿੰਨਾ ਆ ਗਿਆ 3 ਪਾਰਟ 1, 3 ਪਾਰਟ 1 ਆ ਗਏ, ਠੀਕ ਹੈ। ਇੱਕ ਐਟਮ ਦਾ ਜਿਹੜਾ ਪ੍ਰਾਈਸ ਹੋਊਗਾ 3 ਪਾਰਟ ਹੋਣਗੇ, ਇੱਕ ਐਟਮ ਦਾ ਜਿਹੜਾ ਪ੍ਰਾਈਸ ਹੋਊਗਾ ਬੱਚੋ 1 ਪਾਰਟ ਹੋਊਗਾ। ਇੱਕ ਸਾਈਡ ਕਿੰਨਾ ਹੋਊਗਾ ਬੱਚੋ 3 ਪਾਰਟ, ਇੱਕ ਸਾਈਡ ਬੱਚੋ ਕਿੰਨਾ ਹੋਊਗਾ 1 ਪਾਰਟ। ਤਾਂ ਬੱਚੋ ਟੋਟਲ ਦੇਖੋ ਆਪਣੇ ਕੋਲ ਕਿੰਨੇ ਬਣ ਗਏ 4 ਪਾਰਟ। ਟੋਟਲ ਰੇਟ ਬੱਚੋ ਕਿੰਨਾ ਗਾ ਆਪਣੇ ਕੋਲੇ 10000। ਤਾਂ ਇੱਕ ਪਾਰਟ ਦਾ ਜਿਹੜਾ ਪ੍ਰਾਈਸ ਹੈ ਬੱਚੋ ਕਿੰਨਾ ਆ ਗਿਆ 2500। ਇੱਕ ਦਾ ਪ੍ਰਾਈਸ ਕਿੰਨਾ ਆ ਗਿਆ ਬੱਚੋ 2500। ਕਿੰਨਾ ਆ ਗਿਆ ਪ੍ਰਾਈਸ ਬੱਚੋ 2500, ਠੀਕ ਹੈ ਜੀ। ਇੱਕ ਦਾ ਪ੍ਰਾਈਸ 2500 ਆ ਗਿਆ ਤਾਂ ਤਿੰਨ ਹਿੱਸਿਆਂ ਦਾ ਬੱਚੋ ਕਿੰਨਾ ਹੋਊਗਾ 25 ਇੰਟੂ ਕਿੰਨਾ ਆ ਗਿਆ 7500। ਇੱਕ ਦਾ ਪ੍ਰਾਈਸ ਬੱਚੋ 7500, ਦੂਸਰੇ ਦਾ ਕਿੰਨਾ ਹੋਊਗਾ 2500। ਇੱਕ ਦਾ ਬੱਚੋ 7500, ਦੂਸਰੇ ਦਾ ਕਿੰਨਾ ਹੋਊਗਾ 2500। ਤਾਂ ਬੱਚੋ ਇਹਦੇ ਵਿੱਚ ਆਪਣਾ ਆਨਸਰ ਕੀ ਆਊਗਾ, ਇਹਦੇ ਵਿੱਚ ਆਪਣਾ ਜਿਹੜਾ ਆਨਸਰ ਆ ਉਹ ਡੀ ਵਾਲਾ ਆਪਣਾ ਆਨਸਰ ਆਊਗਾ, ਠੀਕ ਹੈ ਜੀ। ਆਪਣਾ ਬੱਚੋ ਆਨਸਰ ਕੀ ਆਊਗਾ ਡੀ ਵਾਲਾ ਆਪਣਾ ਆਨਸਰ ਆਊਗਾ, ਠੀਕ ਹੈ ਜੀ। ਹਾਂਜੀ ਬੱਚੋ, ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚੋ। ਜਿਹੜੀ ਇਹ ਆਪਾਂ ਵੀਡੀਓ ਬਣਾਈ ਸੀ ਆਪਣਾ ਤੇ ਆਪਣੇ ਕੋਲ ਪੀਪੀਐਸਸੀ ਦਾ ਸੀਨੀਅਰ ਅਸਿਸਟੈਂਟ ਦਾ ਪੇਪਰ ਹੋਊਗਾ ਜੀ, ਉਹਨੂੰ ਫਾਰਮ ਫਿਲ ਕੀਤੇ ਨੂੰ ਕਾਫੀ ਟਾਈਮ ਹੋ ਗਿਆ। ਉਮੀਦ ਹੈ ਕਿ ਉਹਦਾ ਪੇਪਰ ਬੜਾ ਜਲਦੀ ਹੋਊਗਾ। ਤਾਂ ਤੁਸੀਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾਗਾ ਤਾਂ ਕਿ ਜਿਹੜੇ ਆਪਣੇ ਦੋਸਤ ਮਿੱਤਰਾਂ ਨੇ ਪੀਪੀਐਸਸੀ ਦਾ ਪੇਪਰ ਭਰਿਆ ਹੋਇਆਗਾ ਤਾਂ ਉਹ ਆਪਣੀ ਤਿਆਰੀ ਨੂੰ ਕਰ ਸਕਣ ਵਧੀਆ ਤਰੀਕੇ ਨਾਲ। ਤੇ ਵੀਡੀਓ ਨੂੰ ਦੇਖਣ ਲਈ ਬੱਚੇ ਤੁਹਾਡਾ ਧੰਨਵਾਦ।